ਮਸਤੂ ਆਣੇ ਵਾਲੇ ਸੰਤਾਂ ਦੇ ਕੀਰਤਨ ਦਰਬਾਰ ਵਿੱਚ ਮਹਾਰਾਜਾ ਹੀਰਾ ਸਿੰਘ ਗਿਆ। ਸੰਗਤ ਵਿੱਚ ਖੜ ਗਿਆ, ਮੱਥਾ ਨਹੀਂ ਟੇਕਿਆ। ਬਾਬਾ ਜੀ ਨੇ ਇਸ਼ਾਰੇ ਨਾਲ ਬੈਠਣ ਲਈ ਕਿਹਾ। ਬੈਠਾ ਨਹੀਂ, ਸਗੋਂ ਜਾਣ ਸਮੇਂ ਕਹਿ ਗਿਆ, ਤੁਹਾਡੇ ਮਗਰ ਲੋਕ ਬਹੁਤ ਹਨ, ਕਿਤੇ ਕੋਕਿਆਂ ਵਾਲੀ ਨਾ ਕਰਾ ਦਿਓ। ਜੇ ਮਹਾਂਪੁਰਖ ਕੋਲ ਸਿੱਖਿਆ ਲੈਣ ਜਾਵੇ ਤਾਂ ਮਨ ਕੁਝ ਹੋਰ ਹੁੰਦਾ ਹੈ, ਜੇ ਪ੍ਰੀਖਿਆ ਲੈਣ ਜਾਵੇ ਤਾਂ ਕੁਝ ਹੋਰ ਹੁੰਦਾ ਹੈ। ਹਾਥੀ ਉੱਪਰ ਸਵਾਰ ਹੀ ਟਿੱਲੇ ਸਾਹਿਬ ਦੇ ਨੇੜੇ ਪਹੁੰਚ ਗਿਆ। ਹਜ਼ੂਰ ਬਾਬਾ ਮਾਹਰ ਰਾਮ ਸਿੰਘ ਜੀ ਆਪਦੀ ਕੁਟੀਆ ਵਿੱਚੋਂ ਬਾਹਰ ਆ ਕੇ ਅੱਗੋਂ ਮਿਲੇ। ਰਾਜਾ ਹੀਰਾ ਸਿੰਘ ਨੂੰ ਸ਼ੰਕਾ ਹੋ ਗਈ ਕਿ ਇਹ ਮੇਰਾ ਸਤਿਕਾਰ ਕਰਨ ਲਈ ਉੱਠੇ ਹਨ। ਇਹਨਾਂ ਨੂੰ ਕੀ ਲੋੜ ਸੀ ਮੇਰਾ ਆਦਰ ਕਰਨ ਦੀ? ਇਹ ਮਹਾਂਪੁਰਖ ਹਨ, ਇਹਨਾਂ ਵਿੱਚ ਕੁਝ ਘਾਟ, ਕੋਈ ਕਮੀ ਹੋਵੇਗੀ। ਮਨ ਵਿੱਚ ਨਫ਼ਰਤ ਪੈਦਾ ਹੋਈ। ਜੋ ਪ੍ਰਸ਼ਾਦ ਮਿਸਰੀ ਤੇ ਪੇਟਾ ਲੈ ਕੇ ਆਇਆ ਸੀ, 5 ਸਿਰ ਮਿਸਰੀ ਤੇ 25 ਮੋਹਰਾਂ। ਕਿਸੇ ਦਾ ਕਥਨ ਹੈ ਕਿ 500 ਰੁਪਏ ਸਨ। ਹਾਥੀ ਤੇ ਬੈਠੇ ਨੇ ਹੀ ਬਾਬਾ ਜੀ ਵੱਲ ਚਲਾ ਕੇ ਮਾਰੀ ਤੇ ਵਾਪਸ ਮੁੜ ਚਲਿਆ। ਸੇਵਕ ਮਿਸਰੀ ਦੀ ਪੋਟਲੀ ਚੁੱਕ ਕੇ ਬਾਬਾ ਜੀ ਕੋਲ ਲੈ ਗਿਆ। ਦੂਸਰੀ ਪੋਟਲੀ ਪੈਸਿਆਂ ਵਾਲੀ ਬਾਅਦ ਵਿੱਚ ਲੈ ਗਿਆ। ਮਿਸਰੀ ਵਾਲੀ ਤਾਂ ਬਾਬਾ ਜੀ ਨੇ ਉਸੇ ਸਮੇਂ ਵਾਪਸ ਕਰ ਦਿੱਤੀ। ਮੋਹਰਾਂ ਵਾਲੀ ਪੋਟਲੀ ਦਾ ਵਿਆਜ ਪੈਸਿਆਂ ਵਿੱਚ ਜੋੜ ਕੇ ਉਹਨੇ ਘੰਟਿਆਂ ਦਾ ਦਿੱਤਾ ਜਿੰਨਾ ਚਿਰ ਕੋਲ ਰੱਖੀ, ਕਿਉਂਕਿ ਰਾਜਾ ਧਨੌਲਾ ਪਹੁੰਚ ਗਿਆ ਸੀ। ਰੁਪਈਆਂ ਵਾਲੀ ਪੋਟਲੀ ਤੇ ਵਿਆਜ ਦੇ ਕੇ ਗੁਰਦਿੱਤ ਸਿੰਘ ਸੇਮੇ ਵਾਲਾ ਤੇ ਬਖਤੌਰ ਸਿੰਘ ਭੁੱਲਰ ਨੂੰ ਹੁਕਮ ਕੀਤਾ, ਪੈਸੇ ਗਿਣ ਕੇ ਪਾ ਲਵੋ ਅਤੇ ਵਿਆਜ ਸਮੇਤ ਮੋੜ ਆਓ ਧਨੌਲੇ ਜਾ ਕੇ। ਦੋਨੋਂ ਪੈਸੇ ਲੈ ਕੇ ਧਨੌਲੇ ਪਹੁੰਚ ਗਏ। ਸਰਕਾਰੀ ਨੌਕਰ ਨੂੰ ਕਹਿ ਕੇ ਰਾਜੇ ਨੂੰ ਮਿਲੇ। ਉਸਨੇ ਪੁੱਛਿਆ, ਕਿੱਥੋਂ ਆਏ ਹੋ? ਬਾਬਾ ਜੀ ਦਾ ਵੇਰਵਾ ਪਾ ਕੇ ਉਹਨਾਂ ਕਿਹਾ, ਇਹ ਪੈਸੇ ਮੋੜਨ ਆਏ ਹਾਂ, ਵਿਆਜ ਸਮੇਤ। ਰਾਜੇ ਨੇ 2 ਆਦਮੀਆਂ ਨੂੰ ਹੁਕਮ ਦਿੱਤਾ, ਗਿਣ ਕੇ ਪੈਸੇ ਵਾਪਸ ਲੈ ਲਵੋ। ਪੈਸਿਆਂ ਦੀ ਗਿਣਤੀ ਸ਼ੁਰੂ ਹੋ ਗਈ। ਗਿਣਤੀ ਵਿੱਚ 1 ਰੁਪਇਆ ਘੱਟ ਗਿਆ। ਫਿਰ ਦੁਬਾਰਾ ਗਿਣਤੀ ਕੀਤੀ ਤਾਂ ਵੀ ਘੱਟ ਗਿਆ। ਉੱਥੋਂ ਤਾਂ ਅਸੀਂ ਪੂਰੇ ਲੈ ਕੇ ਆਏ ਹਾਂ, ਇਹ ਕਿਵੇਂ ਘੱਟ ਗਏ? ਇਹ ਦੋਨੋਂ ਸੋਚਾਂ ਵਿੱਚ ਪੈ ਗਏ। ਇਹ ਦੇਖ ਕੇ ਰਾਜੇ ਨੇ ਕਿਹਾ, ਤੁਸੀਂ ਵੀ ਝੂਠੇ, ਤੁਹਾਡਾ ਸੰਤ ਵੀ ਝੂਠਾ। ਦੋਵਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕੁਝ ਵੀ ਕਹਿ ਲਵੋ, ਅਸੀਂ ਤੁਹਾਡੀ ਪਰਜਾ ਸਮਾਨ ਹਾਂ, ਪਰ ਸਾਡੇ ਮਹਾਂਪੁਰਖਾਂ ਬਾਰੇ ਕੋਈ ਮਾੜਾ ਲਫ਼ਜ਼ ਨਾ ਵਰਤੋ। ਬਖਤੌਰ ਸਿੰਘ ਨੇ ਕਿਹਾ, ਰਾਜਾ ਜੀ, ਟਿੱਕਾ ਸਾਹਿਬ ਦਾ ਦਰਦ ਵੀ ਇਹਨਾਂ ਦੀ ਕਿਰਪਾ ਨਾਲ ਠੀਕ ਹੋਇਆ ਸੀ। ਰਾਜੇ ਨੇ ਫਿਰ ਤਾੜਨਾ ਕੀਤੀ, ਚੁੱਪ ਕਰ ਜਾਓ, ਜੇ ਬੋਲੇ ਤਾਂ ਹੱਥ ਕੜੀਆਂ ਲਾ ਕੇ ਅੰਦਰ ਕਰ ਦਿਆਂਗਾ। ਅਖੀਰ ਉਹ ਬਾਂਸਰੀ ਰੁਪਈਆਂ ਵਾਲੀ ਝਟਕਾਈ ਤਾਂ ਰੁਪਈਆ ਨਿਕਲ ਆਇਆ। ਪੈਸੇ ਗਿਣਾ ਕੇ ਵਾਪਸ ਚਲੇ ਆਏ, ਕਿਉਂਕਿ ਉੱਥੋਂ ਕੁਝ ਵੀ ਖਾਣ ਦਾ ਹੁਕਮ ਨਹੀਂ ਸੀ। ਬਾਬਾ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਤਾਂ ਹਜ਼ੂਰ ਨੇ ਬਚਨ ਕੀਤਾ, ਦੱਸੋ ਕੀ ਬੋਲਿਆ ਹੀਰਾ? ਇਹਨਾਂ ਨੇ ਸੰਕੋਚ ਕੀਤਾ। ਬਾਬਾ ਜੀ ਨੇ ਫਿਰ ਕਿਹਾ, ਦੱਸੋ, ਜੋ ਬੀਤਿਆ ਉਹੀ ਦੱਸਣਾ। ਉਹਨਾਂ ਨੇ ਦੱਸਿਆ, ਮਹਾਰਾਜ ਉਹ ਕਹਿੰਦਾ, ਤੁਸੀਂ ਝੂਠੇ, ਤੁਹਾਡਾ ਸਾਧ ਵੀ ਝੂਠਾ, ਪੈਸੇ ਘੱਟ ਗਏ ਸਨ। 1 ਰੁਪਇਆ ਬੰਸਲ ਵਿੱਚ ਰਹਿ ਗਿਆ ਸੀ। ਹੱਥ ਘੜੀਆਂ ਲਵਾ ਦਿਆਂਗਾ, ਪਰ ਪੈਸੇ ਪੂਰੇ ਹੋਣ ਤੇ ਸਾਨੂੰ ਛੱਡ ਦਿੱਤਾ। ਬਾਬਾ ਜੀ ਸੁਣ ਕੇ ਗੁੱਸੇ ਵਿੱਚ ਬਚਨ ਕਰਨ ਲੱਗੇ, ਹੱਥ ਘੜੀਆਂ ਵਾਲਾ ਉਸਦਾ ਚਾਅ ਪੂਰਾ ਨਹੀਂ ਹੋਇਆ। ਅਸੀਂ ਉਸ ਦੇ ਪੁੱਤ ਨੂੰ ਹੱਥ ਘੜੀਆਂ ਲਾਵਾਂਗੇ, ਉਹ ਸਾਡੇ ਸੇਵਕਾਂ ਨੂੰ ਲਾਉਂਦਾ ਹੈ। ਅੰਤ ਵਿੱਚ 3 ਵਾਰ ਬਚਨ ਕੀਤਾ, ਪੱਟ ਪਊ ਪਟਿਆਲਾ ਨਾਭਾ ਧਾਹਾਂ ਮਾਰੂਗਾ। ਹੱਥ ਘੜੀਆਂ ਫਿਰ ਟਿੱਕਾ ਰਿਪੁਦਮਨ ਨੂੰ ਲੱਗੀਆਂ। ਜਲਾਵਤਨ ਕੀਤਾ
ਫਿਰ ਪੰਜਾਬ ਵਿੱਚ ਨਹੀਂ ਆਇਆ, ਬਾਹਰ ਹੀ ਅੰਤ ਹੋਇਆ। ਇਸੇ ਪਿੰਡ ਦਾ ਰੂੜ ਸਿੰਘ ਦੱਸਦਾ ਹੈ ਕਿ ਇੱਕ ਵਾਰ ਮਹਾਰਾਜ ਰਿਪੁਦਮਨ ਸਿੰਘ ਮਸਤੂਆਣਾ ਸਾਹਿਬ ਗਿਆ। ਮਾਇਆ ਦੇ ਢੇਰ ਦੇ ਕੇ ਕਹਿਣ ਲੱਗਾ, ਇਹ ਮਾਇਆ ਸਾਨੂੰ ਦੇ ਦਿਓ ਸੰਤ ਜੀ, ਤੁਸੀਂ ਕੀ ਕਰਨੀ ਹੈ, ਸਾਨੂੰ ਚਾਹੀਦੀ ਹੈ। ਸੰਤਾਂ ਨੇ ਬਚਨ ਕੀਤਾ, ਰਾਜਾ ਇਹ ਤਾਂ ਗੁਰੂ ਘਰ ਦੀ ਸੇਵਾ ਵਾਸਤੇ ਸੰਗਤ ਨੇ ਦਿੱਤੀ ਹੈ, ਤੇਰੇ ਲਈ ਨਹੀਂ। ਉਸਨੇ ਕਈ ਵਾਰ ਮੰਗ ਦੁਹਰਾਈ। ਜਦ ਉਹੀ ਜਵਾਬ ਮਿਲਦਾ ਰਿਹਾ ਤਾਂ ਰਿਪੁਦਮਨ ਬੋਲਿਆ, ਸਾਡੇ ਰਾਜ ਵਿੱਚ ਰਹਿ ਕੇ ਸਾਨੂੰ ਹੀ ਜਵਾਬ ਦਿੰਦੇ ਹੋ, ਜੇ ਅਸੀਂ ਖੋਲ੍ਹ ਲਈਏ। ਇਹ ਸੁਣ ਕੇ ਸੰਤ ਜੀ ਮਹਾਰਾਜ ਨੇ ਗੜਵਈ ਨੂੰ ਹੁਕਮ ਕੀਤਾ, ਗੜਵਾ ਤੇ ਕਸ਼ਹਿਰਾ ਪਰਨਾ ਲਿਆਓ। ਇਹ ਚੀਜ਼ਾਂ ਚੁੱਕ ਕੇ ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਤੋਂ ਚੱਲ ਕੇ ਦਮਦਮਾ ਸਾਹਿਬ ਬੁੰਗੇ ਵਾਲੀ ਜਗ੍ਹਾ ਚਲੇ ਗਏ, ਜੋ ਇਹਨਾਂ ਨੇ ਹੀ ਆਬਾਦ ਕੀਤੀ ਹੈ। ਤੁਰਨ ਸਮੇਂ ਬਚਨ ਕਰੇ, ਤੂੰ ਸਾਨੂੰ ਮਸਤੂਆਣੇ ਤੋਂ ਤੋਰਿਆ ਹੈ, ਅਸੀਂ ਸੇਵਾ ਕਰਨੀ ਹੈ, ਹੋਰ ਥਾਂ ਕਰ ਲਵਾਂਗੇ, ਪਰ ਤੂੰ ਪੰਜਾਬ ਵਿੱਚ ਨਹੀਂ ਰਹੇਗਾ। ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਆ। ਸਰੀਰਕ ਰੋਗ, ਮਾਨਸਿਕ ਰੋਗ ਦੋਨੋਂ ਹੀ ਸਰੀਰ ਨੂੰ ਲੱਕੜ ਨੂੰ ਲੱਗੇ ਘੁਣ ਦੇ ਸਮਾਨ ਹਨ। ਸਰੀਰਕ ਰੋਗ ਦੇ ਮਾਹਰਾਂ ਦੀਆਂ ਦਵਾਈਆਂ ਹੋਣੀ ਅੱਗੇ ਗੋਡੇ ਟੇਕ ਦਿੰਦੀਆਂ ਹਨ, ਪਰ ਇਸ ਹੋਣੀ ਨੂੰ ਅਣਹੋਣੀ ਵਿੱਚ ਬਦਲਣ ਵਾਲੇ ਵੈਦ ਦਰਗਾਹੀ ਹੁਕਮਾਂ ਨੂੰ ਬਦਲਣ ਦੀ ਸਮਰੱਥਾ ਰੱਖਦੇ ਹਨ। ਅਧਿਆਤਮਕ ਸ਼ਕਤੀ ਦੇ ਪੈਗੰਬਰ ਰਹਿਮਤਾਂ ਦੀ ਖੈਰ ਦਾ ਦਾਮਨ ਕਿਰਪਾ ਦ੍ਰਿਸ਼ਟੀ ਦੀ ਇੱਕ ਝਲਕ ਨਾਲ ਭਰ ਦਿੰਦੇ ਹਨ। ਨਿਮਰਤਾ ਸਹਿਤ ਕੀਤੀ ਬੇਨਤੀ ਉੱਪਰ ਮਹਾਂਪੁਰਖਾਂ ਦੀਆਂ ਮਿਹਰਬਾਨੀਆਂ ਭਗਤੀ ਸੂਰਜ ਦੀਆਂ ਕਿਰਨਾਂ ਨੂੰ ਆਪਣੇ ਅੰਦਰ ਸਮਾ ਕੇ ਮਿੱਠੀ ਚਾਨਣੀ ਦੇ ਮਾਲਕ ਚੰਦਰਮਾ ਦੀ ਤਰ੍ਹਾਂ ਧਰਤੀ 'ਤੇ ਖਿਲਾਰਦੀਆਂ ਹਨ। ਮਹਾਂਪੁਰਖ ਸਰੀਰਕ ਕਸ਼ਟ ਝੱਲਦੇ ਹਨ, ਦੁਨੀਆਦਾਰਾਂ ਲਈ ਉਸਦੀ ਜ਼ਿੰਦਗੀ ਦੇ ਕਸ਼ਟ ਨਿਵਾਰਨ ਲਈ। ਬਾਬਾ ਜੀ ਮਹਾਰਾਜ ਕਲੇਰਾਂ ਵਾਲੇ ਮਾਝੇ ਵਿੱਚ ਦੁਖੀਆਂ ਦੀਆਂ ਬੇਨਤੀਆਂ ਪ੍ਰਵਾਨ ਕਰ ਰਹੇ ਹਨ ਤਾਂ ਇੱਕ ਸਿੱਖ ਨੇ ਬੇਨਤੀ ਕੀਤੀ, ਗਰੀਬ ਨਿਵਾਜ, ਸਾਡੇ ਪਰਿਵਾਰ ਦਾ ਇੱਕ ਬੱਚਾ ਨੌਜਵਾਨ ਹੈ, ਰਾਤ ਨੂੰ ਠੀਕ ਠਾਕ ਸੁੱਤਾ ਸੀ, ਸਵੇਰੇ ਉੱਠਣ ਵੇਲੇ ਰੌਲਾ ਪਾਉਣ ਲੱਗ ਪਿਆ, ਘਰ ਤੋਂ ਬਾਹਰ ਭੱਜ ਗਿਆ, ਬਹੁਤ ਮੁਸ਼ਕਲ ਨਾਲ ਫੜਿਆ, ਪਾਗਲਾਂ ਦੀ ਤਰ੍ਹਾਂ ਹਰਕਤਾਂ ਕਰਦਾ ਹੈ, ਕਿਰਪਾ ਕਰੋ ਬੱਚਾ ਤੰਦਰੁਸਤ ਹੋ ਜਾਏ। ਬਾਬਾ ਜੀ ਨੇ ਬੇਨਤੀ ਸੁਣਨ ਉਪਰੰਤ ਵਚਨ ਕੀਤਾ, ਇਸ ਨੂੰ ਵਿੱਚੋਂ ਲੈ ਜਾਓ, ਉੱਥੇ ਸਾਡੇ ਗੁਰੂ ਹਨ, ਇਸ ਦਾ ਇਲਾਜ ਉੱਥੇ ਹੋਵੇਗਾ, ਬੱਚਾ ਠੀਕ ਹੋ ਜਾਵੇਗਾ। ਪਰਿਵਾਰ ਨੇ ਵਚਨ ਮੰਨ ਕੇ ਪੁੱਛੋਂ ਆਉਣ ਲਈ ਤਿਆਰੀ ਕਰ ਲਈ। ਮੰਜੇ ਨਾਲ ਲੜਕੇ ਨੂੰ ਬੰਨ੍ਹ ਲਿਆ, ਮੰਜਾ ਗੱਡੇ ਵਿੱਚ ਰੱਖ ਲਿਆ, ਜ਼ਰੂਰਤ ਅਨੁਸਾਰ ਰਸਤੇ ਵਿੱਚ ਭੋਜਨ ਤਿਆਰ ਕਰ ਲਈ, ਰਾਸ਼ਨ ਵੀ ਲੈ ਲਿਆ। ਕੁਝ ਦਿਨਾਂ ਵਿੱਚ ਲੜਕੇ ਨੂੰ ਲੈ ਕੇ ਪੁੱਛੋਂ ਪਹੁੰਚ ਗਏ। ਸੇਵਕ ਨੂੰ ਦੱਸ ਕੇ ਬਾਬਾ ਜੀ ਅੱਗੇ ਬੇਨਤੀ ਕਰਨ ਲਈ ਅਰਜ਼ੋਈ ਕੀਤੀ। ਅੱਗੋਂ ਸ਼ਹਿਨਸ਼ਾਹ ਪਾਤਸ਼ਾਹ ਦਾ ਹੁਕਮ ਹੋਇਆ, ਲੜਕੇ ਨੂੰ ਜੰਡ ਨਾਲ ਬੰਨ੍ਹ ਦਿਓ ਤੇ ਆਪ ਉੱਪਰ ਟਿੱਲਾ ਸਾਹਿਬ 'ਤੇ ਆਪ ਪਹੁੰਚੋ। ਕਲੇਰਾਂ ਵਾਲੇ ਬਾਬਾ ਜੀ ਦਾ ਬਚਨ ਦੱਸ ਕੇ ਰਹਿਮਤ ਦੀ ਭੀਖ ਮੰਗਣ ਲੱਗੇ। ਪਾਤਸ਼ਾਹ ਨੇ ਹੁਕਮ ਕੀਤਾ, ਹੇਠਾਂ ਚੱਲ ਕੇ ਦੇਖਦੇ ਹਾਂ। ਟਿੱਲੇ ਤੋਂ ਹੇਠਾਂ ਆਏ, ਨਾਲ ਹੀ ਭਾਈ ਕੇਸਰ ਸਿੰਘ, ਕੁਤਬਾ, ਸਾਈਂ ਧੰਨਾ ਭਗਤ ਅਤੇ ਲੜਕੇ ਦੇ ਪਰਿਵਾਰ ਦੇ ਬੰਦੇ ਸਨ। ਬਾਬਾ ਜੀ ਨੇ ਲੜਕੇ ਨੂੰ ਮਿਹਰ ਦੀ ਨਿਗਾਹ ਨਾਲ ਤੱਕਿਆ। ਲੜਕੇ ਨੇ ਵੀ ਬਾਬਾ ਜੀ ਦੇ ਦਰਸ਼ਨ ਕੀਤੇ। ਬਾਬਾ ਜੀ ਨੇ ਕੇਸਰ ਸਿੰਘ ਨੂੰ ਮੁਖਾਤਿਬ ਕਰਕੇ
ਰਮਜ ਦੇ ਰੂਪ 2.5 ਪੂਣੀਆਂ ਕੱਤੀਆਂ, ਪੁੱਠਾ ਚਰਖਾ ਫੇਰ ਕੇ। ਕਿਉਂ ਕੇਸਰਾ, ਠੀਕ ਹੈ ਬਈ? ਕੇਸਰ ਸਿੰਘ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਠੀਕ ਹੈ। ਨੇੜੇ ਹੀ ਕੁਤਬਾ ਮੁਸਲਮਾਨ ਖੜਾ ਸੀ। ਇਹ ਪੁੱਚੋ ਦਾ ਰਹਿਣ ਵਾਲਾ ਸੀ। ਬਾਬਾ ਜੀ ਕੋਲ ਅਕਸਰ ਆਉਂਦਾ ਰਹਿੰਦਾ ਸੀ। ਉਹ ਬੋਲਿਆ, ਹਿੰਦੂ ਹੀ ਸਿੱਧਾ ਫੇਰਦੇ ਹਨ, ਮੁਸਲਮਾਨ ਪੁੱਠਾ ਫੇਰਦੇ ਹਨ। ਬਾਬਾ ਜੀ ਨੇ ਉਸ ਨੂੰ ਰੋਕ ਕੇ ਬਚਨ ਕੀਤਾ, ਸਾਈਂ ਲੋਕ, ਤੂੰ ਸਾਡੀ ਗੱਲ ਵਿੱਚ ਨਾ ਬੋਲ, ਤੂੰ ਕੀ ਲੈਣਾ ਇਸ ਤੋਂ। ਬਾਬਾ ਜੀ ਨੇ ਫਿਰ ਕੇਸਰ ਸਿੰਘ ਨੂੰ ਮੁਖਾਤਿਬ ਕਰਕੇ ਬਚਨ ਕੀਤਾ, ਕਿਉਂ ਕੇਸਰਾ, ਠੀਕ ਹੈ ਭਾਈ? ਕੇਸਰ ਸਿੰਘ ਨੇ ਕਿਹਾ, ਜਿਵੇਂ ਹਜ਼ੂਰ ਦੀ ਰਜ਼ਾ ਹੈ, ਠੀਕ ਹੈ। ਬਾਬਾ ਜੀ ਤੇ ਸੇਵਕ ਵਾਪਸ ਟਿੱਲਾ ਸਾਹਿਬ ਉੱਪਰ ਚਲੇ ਗਏ ਤਾਂ ਹਜ਼ੂਰ ਨੇ ਹੁਕਮ ਕੀਤਾ, ਲੜਕੇ ਨੂੰ ਖੋਲ ਲਿਆਓ। ਉਸ ਦੇ ਨਾਲ ਆਏ ਰਿਸ਼ਤੇਦਾਰਾਂ ਨੇ ਕਿਹਾ, ਮਹਾਰਾਜ ਉਹ ਭੱਜ ਜਾਏਗਾ। ਤੇ ਬਾਬਾ ਜੀ ਨੇ ਬਚਨ ਕੀਤਾ, ਭੱਜੇਗਾ ਨਹੀਂ, ਖੋਲ ਦਿਓ। ਉਹਨਾਂ ਜਾ ਕੇ ਲੜਕੇ ਨੂੰ ਖੋਲ ਦਿੱਤਾ। ਲੜਕਾ ਪਰਿਵਾਰ ਦੇ ਨਾਲ ਹੀ ਟਿੱਲਾ ਸਾਹਿਬ ਉੱਪਰ ਚੜ੍ਹ ਗਿਆ, ਮੱਥਾ ਟੇਕ ਕੇ ਬੈਠ ਗਿਆ। ਹਜ਼ੂਰ ਨੇ ਹੁਕਮ ਕੀਤਾ, ਇਸ ਨੂੰ ਜਲ ਛਕਾਓ। ਉਸਨੇ ਜਲ ਛਕ ਲਿਆ। ਇਸ ਉਪਰੰਤ ਬਾਬਾ ਜੀ ਨੇ ਪੁੱਛਿਆ, ਤੈਨੂੰ ਕੀ ਹੋਇਆ ਸੀ? ਉਸ ਦਾ ਉੱਤਰ ਸੀ, ਮੈਂ ਸਵੇਰ ਵੇਲੇ ਖੇਤ ਵਿੱਚ ਕੰਮ ਕਰਨ ਗਿਆ ਸੀ। ਰਾਤ ਘਰ ਆ ਕੇ ਸੁੱਤੇ ਪਏ ਨੂੰ ਹੀ ਪਤਾ ਨਹੀਂ ਕੀ ਹੋਇਆ। ਇਸ ਵਾਰ ਮੈਨੂੰ ਕੋਈ ਪਤਾ ਨਹੀਂ। ਉਸ ਤੋਂ ਬਾਅਦ ਤਾਂ ਹੁਣੀ ਸੋਝੀ ਆਈ ਹੈ। ਬੇਨਤੀ ਸੁਣਨ ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਤੁਸੀਂ ਦੂਰ ਤੋਂ ਆਏ ਹੋ, ਆਰਾਮ ਕਰੋ। 5-7 ਦਿਨ ਤੁਹਾਨੂੰ ਇੱਥੇ ਰਹਿਣਾ ਪਵੇਗਾ। 5 ਦਿਨ ਪਰਿਵਾਰ ਇੱਥੇ ਰਿਹਾ। ਜਿਹੋ ਜਿਹੀ ਸੇਵਾ ਕਰ ਲਈ, ਆਗਿਆ ਮੰਗਣ ਲੱਗੇ। ਹਜ਼ੂਰ ਨੇ ਹੁਕਮ ਕੀਤਾ, ਕੱਲ੍ਹ ਨੂੰ ਮਿਲੇਗੀ। ਅਗਲੇ ਦਿਨ ਮੁਨਸ਼ੀ ਨੂੰ ਬੁਲਾ ਕੇ ਬਾਬਾ ਜੀ ਨੇ ਹੁਕਮ ਕੀਤਾ, ਮੁਨਸ਼ੀ, ਇਹਨਾਂ ਦੇ ਪਰਿਵਾਰ ਦਾ ਆਉਣ ਜਾਣ ਦਾ ਖਰਚਾ ਜੋੜ ਕੇ ਦੱਸ ਕਿੰਨਾ ਹੈ। ਮੁਨਸ਼ੀ ਜੀ ਨੇ ਸਾਰਾ ਹਿਸਾਬ ਦੱਸ ਦਿੱਤਾ। ਤੋਰਨ ਸਮੇਂ ਪਰਿਵਾਰ ਨੂੰ ਇਹ ਹਿਸਾਬ ਵਿੱਚ 30 ਰੁਪਏ ਹੋਰ ਪਾ ਕੇ ਦੇਣ ਲੱਗੇ। ਉਹਨਾਂ ਬੇਨਤੀ ਕੀਤੀ, ਮਹਾਰਾਜ ਸਾਡਾ ਲੜਕਾ ਠੀਕ ਹੋਇਆ ਹੈ, ਸੇਵਾ ਅਸੀਂ ਕਰਨੀ ਸੀ, ਤੁਸੀਂ ਸਾਨੂੰ ਪੈਸੇ ਦੇ ਰਹੇ ਹੋ। ਬਾਬਾ ਜੀ ਨੇ 1-2 ਵਾਰ ਕਿਹਾ, ਉਹ ਮੰਨੇ ਨਹੀਂ। ਤਾਂ ਬਾਬਾ ਜੀ ਨੇ ਬਚਨ ਕੀਤਾ, ਚੰਗਾ ਫਿਰ ਆਪਣਾ ਪੀਰ ਨਾਲ ਹੀ ਲੈ ਜਾਓ। ਨੇੜੇ ਬੈਠੇ ਸੇਵਕਾਂ ਨੇ ਕਿਹਾ, ਬਚਨ ਨਹੀਂ ਮੁੜੀਦਾ, ਪੈਸੇ ਲੈ ਲਵੋ। ਉਹਨਾਂ ਡਰਦਿਆਂ ਪੈਸੇ ਲੈ ਲਏ ਕਿ ਕਿਤੇ ਮੁੰਡਾ ਫਿਰ ਨਾ ਬਿਮਾਰ ਹੋ ਜਾਏ, ਪਰ ਮਨ ਵਿੱਚ ਹੈਰਾਨ ਸਨ।